देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਸਾਨੂੰ ਨਹੀਂ ਇਸ ਗੱਲ ਦਾ ਕੋਈ ਪਤਾ। ਸਾਡੀ ਤਾਂ ਬੱਚੀ ਸੀਗੀ, ਜਿੱਦਾਂ ਕਹਿੰਦੇ ਤਿੰਨਾਂ ਭਰਾਵਾਂ ਦੇ ਇੱਕ ਹੀ ਕੁੜੀ ਸੀਗੀ। ਉਹਦਾ ਬੁਰਾ ਹਾਲ, ਉਹਦੇ ਥੋੜੇ ਮਾਰਿਓ, ਉਹ ਸਾਤੋਂ ਦੇਖੀ ਨਹੀਂ ਜਾਂਦੀ, ਸਾਤੋਂ ਗੱਲ ਵੀ ਨਹੀਂ ਹੋ ਰਹੀ। ਹਾਂ, ਸਾਡੀ ਕੁੜੀ ਦਾ ਬਹੁਤ ਬੁਰਾ ਹਾਲ ਕੀਤਾ। ਇਹ ਹੁਣ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ। ਹੁਣ ਤੱਕ ਅਸੀਂ ਦੇਖ ਲਓ ਇਹ ਦੇਖਦੇ ਹਾਂ ਵੀ ਕਦੋਂ ਮੁਲਜ਼ਮ ਨੂੰ ਫੜਨਗੇ। ਅਸੀਂ ਉਸੇ ਦਿਨ ਤੋਂ ਫੇਰੀ ਜਾਂਦੇ ਆ, ਥਾਂ ਜਾਂਦੇ ਆ, ਸਾਡੀ ਕੋਈ ਸੁਣਵਾਈ ਨਹੀਂ ਵੀ ਉਹਨੂੰ ਫੜਨੇ। ਇਹ ਦੋਨਾਂ ਨੂੰ ਸਾਡੇ ਸਾਹਮਣੇ ਫਾਂਸੀ ਦੇਣ, ਇੱਥੇ ਲਿਆ ਕੇ ਚੌਂਕ 'ਚ ਮਾਰਨ ਉਹਨਾਂ ਨੂੰ। ਅਸੀਂ ਤਾਂ ਇਹ ਕਹਿੰਦੇ ਆ, ਜੇ ਨਹੀਂ ਇਹ ਕਰ ਸਕਦੇ ਨਾ ਮੁਲਜ਼ਮ ਨੂੰ ਇੱਥੋਂ ਲੈ ਕੇ ਜਾਂਦੇ। ਇੱਥੇ ਆਪਣੇ ਸਾਰਾ ਆਪਣੇ ਗੁੱਡੀ ਦਾ ਸਿਰ ਸੀਗਾ ਤੇ ਇਧਰ ਨੂੰ ਲੱਤਾਂ ਸੀਗੀਆਂ, ਰੇਤੇ ਦਾ ਭਰਿਆ, ਉਹਦੇ ਮੂੰਹ ਤੇ ਆਪਣੇ ਬੋਰਾ ਰੱਖਿਆ ਹੋਇਆ ਸੀਗਾ ਤੇ ਥੋੜਾ ਕੋਲ ਪਿਆ ਸੀਗਾ, ਥੋੜੇ ਮਾਰੇ ਹੋਏ ਸੀ ਆਹ ਜਗ੍ਹਾ ਤੇ, ਸਿਰ ਤੇ, ਮੱਥੇ ਤੇ। ਬਾਪ ਮਰੇ ਸਿਰ ਨੰਗਾ ਹੋਵੇ, ਭਾਈ ਮਰੇ ਬਾਖਾਲੀ, ਮਾਵਾ ਬਾਜ ਮੁਹੰਮਦ ਬਖਸ਼ਾ ਕੌਣ ਕਰੇ ਰਖਵਾਲੀ। ਇਹ ਤਸਵੀਰਾਂ ਜੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਤਸਵੀਰਾਂ ਦੇ ਵਿੱਚ ਇਹ ਮਾਂ ਦੀਆਂ ਤਸਵੀਰਾਂ ਨੇ ਜਿਸ ਨੇ 12 ਵਰ੍ਹੇ ਤੱਕ ਆਪਣੀ ਬੱਚੀ ਦੀ ਰਖਵਾਲੀ ਤਾਂ ਕੀਤੀ, ਪਰ ਇਹ ਇੱਕ ਘੜੀ ਐਸੀ ਆਈ ਜਿਸ ਦਿਨ ਦਰਿੰਦਗੀ ਦੀਆਂ ਦਹਿਲੀਜ਼ਾਂ ਟੱਪ ਕੇ ਦਰਿੰਦਗੀ ਦੀਆਂ ਦਹਿਲੀਜ਼ਾਂ ਪਾਰ ਕਰਕੇ ਇੱਕ ਸ਼ਖਸ ਨਾਲ ਦਾ ਗਵਾਂਢੀ ਹੀ ਦਰਦਨਾਕ ਘਟਨਾ ਇਸ 12.5 ਸਾਲ ਦੀ ਲੜਕੀ ਨੂੰ ਦੇ ਗਿਆ ਔਰ ਸਦਾ ਦੇ ਲਈ ਇਸ ਮਾਂ ਤੋਂ ਇਸ ਬੱਚੀ ਨੂੰ ਖੋਹ ਲਿਆ ਗਿਆ। ਪਰ ਅੱਜ ਵੀ 1.5 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ। ਪਰਿਵਾਰ ਅੱਜ ਵੀ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਪਰਿਵਾਰ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਜਿਹੜਾ ਹੈ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਕਿਹੜੇ ਕਾਰਨ ਕਰਕੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਉਹਨਾਂ ਦੀ ਸੁਣੀ ਨਹੀਂ ਜਾ ਰਹੀ, ਕਿਉਂ ਇਸ ਪਰਿਵਾਰ ਨੂੰ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜਿਹੜਾ ਹੈ ਇਨਸਾਫ ਨਹੀਂ ਮਿਲਿਆ ਔਰ ਦਰ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹੋਇਆ ਹੈ। ਆਓ ਪਰਿਵਾਰ ਅਤੇ ਪਿੰਡ ਵਾਲਿਆਂ ਦੇ ਨਾਲ ਕਰਦੇ ਹਾਂ ਗੱਲਬਾਤ। ਸਾਢੇ 12 ਸਾਲ ਦੀ ਸਿਲਵੀਆ ਦੇ ਮਾਤਾ-ਪਿਤਾ ਮੇਰੇ ਨਾਲ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜਾਣਾਂਗੇ ਕਿ ਕਿਉਂ ਉਹਨਾਂ ਨੂੰ ਇਨਸਾਫ ਜਿਹੜਾ ਹੈ ਨਹੀਂ ਮਿਲਿਆ। ਸਰ, ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ 1.5 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ, ਕਿਉਂ ਨਹੀਂ ਦੋਸ਼ੀ ਗ੍ਰਿਫਤਾਰ ਕੀਤੇ ਗਏ, ਕੀ ਕਹਿਣਾ ਹੈ ਤੁਹਾਡਾ? ਸਰ, ਇਸ ਗੱਲ ਦਾ ਤਾਂ ਸਾਨੂੰ ਵੀ ਨਹੀਂ ਪਤਾ ਚੱਲਿਆ, ਮਤਲਬ ਵੀ ਕਿਉਂ ਨਹੀਂ ਗ੍ਰਿਫਤਾਰ ਕਰ ਰਹੇ। ਇੱਕ ਮੁੰਡਾ ਮੌਕੇ ਤੇ ਫੜਿਆ ਗਿਆ ਹੈ ਪਰ ਉਹ ਦੂਜੇ ਮੁੰਡੇ ਤੇ ਪਰਚਾ ਨਹੀਂ ਕਰ ਰਹੇ ਜੀ, ਪਰ ਪੂਰੀ ਘਟਨਾ ਜੇਕਰ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਘਟਨਾ ਕੀ ਸੀ, ਕਿਉਂ ਇਸ ਘਟਨਾ ਨੂੰ ਦੋਸ਼ੀਆਂ ਦੇ ਵੱਲੋਂ ਅੰਜਾਮ ਦਿੱਤਾ ਗਿਆ? ਸਰ, ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਜਾਣੀ ਕਿ ਸਾਨੂੰ ਨਹੀਂ ਪਤਾ ਚੱਲੀ। ਆਪਣੇ ਪੁਲਿਸ ਵਾਲਿਆਂ ਨੇ ਵੀ ਕੁਝ ਨਹੀਂ ਦੱਸਿਆ ਸਾਨੂੰ, ਕੋਈ ਵੀ ਜੋ ਵੀ ਗੱਲਬਾਤ ਹੈ ਸਾਨੂੰ ਨਹੀਂ ਪਤਾ ਚੱਲਿਆ ਵੀ ਕਿਉਂ ਅੰਜਾਮ ਦਿੱਤਾ, ਕਿਹੜੀ ਗੱਲਬਾਤ, ਕੀ ਦੁਸ਼ਮਣੀ, ਕੀ ਗੱਲਬਾਤ ਨਹੀਂ ਸਾਨੂੰ। ਘਟਨਾ ਕੀ ਸੀਗੀ, ਘਟਨਾ ਕਿੱਦਾਂ ਵਾਪਰੀ? ਸਰ, ਆਪਣੇ ਮੇਰੇ ਬੱਚੇ ਸੀਗੇ, ਆਪਣੇ 2-3 ਜਣੇ ਜਿੱਦਾਂ ਮਤਲਬ ਬੱਚੇ ਸੀਗੇ, ਬੀਹੀ ਦੇ ਸੀਗੇ, ਆਪਣੇ ਖੇਡ ਰਹੇ ਸੀਗੇ। ਇਹ 3:45 ਵਜੇ ਦੇ ਖੇਡਦੇ ਸੀ, 4:15 ਵਜੇ ਤੱਕ ਇਹ ਇਕੱਠੇ ਖੇਡੇ ਆ। ਉਦੋਂ ਬਾਅਦ 'ਚ ਜਿੱਦਾਂ ਨਿਆਣੇ ਖੇਡਦੇ ਸੀ ਇਕੱਠੇ, 2 ਇੱਧਰ ਨੂੰ ਹੋ ਗਏ ਤਾਂ ਕੁੜੀ ਸਾਡੀ ਇਕੱਲੀ ਚੌਂਤੇ 'ਤੇ ਬੈਠੀ ਸੀਗੀ। ਉਸ ਤੋਂ ਬਾਅਦ ਕੁੜੀ ਦਾ ਸਾਡੀ ਦਾ ਨਹੀਂ ਪਤਾ ਚੱਲਿਆ ਵੀ ਕਿੱਥੇ ਚਲ ਗਈ ਕਿੱਥੇ ਨਹੀਂ। ਇਹ ਆਪਣੇ ਪਿੰਡ 'ਚ ਸਾਰੇ ਜਿੱਦਾਂ ਘਰ ਚੈੱਕ ਕੀਤੇ, ਜਿੱਦਾਂ ਆਪਣੇ ਨਿਆਣਿਆਂ ਦੇ ਤੌਰ 'ਤੇ, ਜਿੱਦਾਂ ਮਤਲਬ ਆਪਣੇ ਨਿਆਣੇ ਪੁੱਛਦੇ ਆ ਆਪਣੇ ਜਿੱਥੇ ਜਾਂਦੇ ਆ ਨਿਆਣੇ, ਉਹਨਾਂ ਨੂੰ ਵੀ ਨਹੀਂ ਲੱਭਿਆ ਪਿਆ। ਆਪਣੇ ਲੈਵਲ 'ਤੇ ਮੈਂ ਪਤਾ ਕੀਤਾ, ਸਾਰੇ ਨਹੀਂ ਆਪਣੇ ਕੁੜੀ ਲੱਭੀ। ਫਿਰ ਗੁਰਦੁਆਰੇ ਚੈੱਕ ਕੀਤੇ, ਸਾਰੇ ਮੰਦਿਰ ਚੈੱਕ ਕੀਤਾ, ਕੈਮਰੇ ਚੈੱਕ ਕੀਤੇ ਗੁਰਦੁਆਰੇ ਦੇ, ਤੇ ਕੁਛ ਵੀ ਨਹੀਂ ਸਾਨੂੰ ਪਤਾ ਚੱਲਿਆ। ਫਿਰ ਪਤਾ ਕਿਸ ਤਰ੍ਹਾਂ ਲੱਗਾ? ਪਤਾ ਸਰ, ਆਪਣੇ ਇੱਥੇ ਅਸੀਂ ਰਿਪੋਰਟ ਲਿਖਾਈ ਆ। ਰਿਪੋਰਟ ਲਿਖਾਉਣ ਤੋਂ ਬਾਅਦ 7:30 ਵਜੇ ਆਪਣੇ ਪੁਲਿਸ ਵਾਲੇ ਆਏ ਆ। ਉਹਨਾਂ ਨੇ 7:30 15-20 ਮਿੰਟ ਗੱਲਬਾਤ ਕਰਦਿਆਂ ਨੂੰ ਲੱਗੇ ਤਾਂ ਉਦੋਂ ਬਾਅਦ 'ਚ ਉਹਨਾਂ ਨੇ ਗੱਲਬਾਤ ਕਰਕੇ ਤਾਂ ਘਰਾਂ ਦੀ ਤਲਾਸ਼ੀ ਲੈਣੀ ਚਾਲੂ ਕਰ ਦਿੱਤੀ ਹੈ ਜੀ। ਤਲਾਸ਼ੀ ਜਦੋਂ ਲਈ ਆ, ਦੋ ਕੁ ਘਰ 'ਚ 3 ਘਰ ਚੈੱਕ ਕੀਤੇ, ਉਸ ਤੋਂ ਬਾਅਦ 'ਚ ਕੁੜੀ ਜਦ ਆਪਣੇ ਇਹਨਾਂ ਦਾ ਘਰ ਗੁਰਪ੍ਰੀਤ ਗੋਪੀ ਦਾ ਘਰ ਚੈੱਕ ਕੀਤਾ ਤਾਂ ਕੁੜੀ ਉੱਥੋਂ ਮਿਲੀ ਆ, ਮਰੀ ਪਾਈ। ਘਰ ਲੱਗੇ ਆ ਤੁਹਾਡੇ? ਹਾਂਜੀ, ਲੱਗੇ ਆ। 3 ਘਰ ਛੱਡ ਕੇ ਚੌਥਾ ਘਰ ਆ ਜੀ। ਪਹਿਲਾਂ ਗੁਰਪ੍ਰੀਤ ਗੋਪੀ ਦੇ ਨਾਲ ਤੁਹਾਡੇ ਮਤਲਬ ਕਿੱਦਾਂ ਸੰਬੰਧ ਸੀ, ਆਉਣ ਜਾਣ ਸੀ ਉਹਨਾਂ ਨਾਲ?
ਨਹੀਂ ਸਰ, ਇਦਾਂ ਦੀ ਵੀ ਕੋਈ ਗੱਲਬਾਤ ਨਹੀਂ ਵੀ ਸਾਡੇ ਜਾਣ ਕੇ ਉਹਦੇ ਨਾਲ ਕੋਈ ਲਿੰਕ ਸੀਗੇ ਜਾਂ ਕਿਸੇ ਤਰ੍ਹਾਂ ਵੀ ਆਪਣੇ ਬੀਹੀ ਜਾ ਰਹੀ ਹੈ। ਮੰਨ ਲਓ ਅਸੀਂ ਅੱਗੇ ਨੂੰ ਲੰਘਦੇ ਸੀ, ਬੁਲਾਉਂਦੇ ਸੀਗੇ ਇੱਕ ਦੂਸਰੇ ਨੂੰ, ਜਿੱਦ ਚਾਚਾ ਕਹਿ ਕੇ ਮੈਨੂੰ ਬੁਲਾਉਂਦਾ ਹੁੰਦਾ ਸੀਗਾ। ਕੋਈ ਇਦਾਂ ਦੀ ਗੱਲਬਾਤ ਨਹੀਂ ਵੀ ਮੰਨ ਲਓ ਵੀ ਕੋਈ ਕਿਸੇ ਕਿਸਮ ਦੀ ਦੁਸ਼ਮਣੀ ਜਾਂ ਕੋਈ ਗੱਲਬਾਤ ਹੈ। ਤੇ ਗੁਰਪ੍ਰੀਤ ਗੋਪੀ ਦੇ ਘਰ ਤੋਂ ਮਿਲੀ ਲੜਕੀ ਦੀ ਲਾਸ਼, ਹਾਂਜੀ ਤੇ ਜਦੋਂ ਪੁਲਿਸ ਨੇ ਮੌਕੇ ਵਾਰਦਾਤ ਤੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਹਾਂਜੀ ਹਾਂਜੀ, ਮੌਕੇ ਤੇ ਆਪਣੇ ਗ੍ਰਿਫਤਾਰ ਕੀਤਾ ਜੀ। ਤੇ ਫਿਰ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਕਿ ਕਿੰਨਾ ਕਾਰਨਾਂ ਕਰਕੇ ਅੰਜਾਮ ਦਿੱਤਾ ਗਿਆ ਸੀਗਾ ਇਸ ਘਟਨਾ ਨੂੰ? ਨਹੀਂ ਸਰ, ਆਪਣੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਆਈ ਆਪਣੇ ਕੀਤੀ ਜੀ, ਨਾ ਪੁਲਿਸ ਵਾਲਿਆਂ ਨੇ ਸਾਨੂੰ ਦੱਸਿਆ, ਨਾ ਸਾਡੀ ਕੋਈ ਗੱਲਬਾਤ ਸੀਗੀ ਵੀ ਜਿਹੜਾ ਅਸੀਂ ਆਪਣੇ ਦੱਸੇ ਵੀ ਇਸ ਕਰਕੇ ਮਤਲਬ ਉਹਨਾਂ ਨੇ ਸਾਡੀ ਕੁੜੀ ਮਾਰੀ ਗਈ ਹੈ। ਅੱਛਾ, ਫਿਲਹਾਲ ਜਿਹੜਾ ਵਾ ਹਜੇ ਤੁਹਾਨੂੰ ਕੋਈ ਨਹੀਂ ਪਤਾ ਵੀ ਕਿਉਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ? ਨਹੀਂ ਜੀ, ਸਾਨੂੰ ਕੁਝ ਨਹੀਂ ਪਤਾ ਚੱਲਿਆ ਜੀ। ਤੁਸੀਂ ਗੱਲਬਾਤ ਕੀਤੀ ਪੁਲਿਸ ਵਾਲਿਆਂ ਨਾਲ, ਪੁੱਛਣ ਦੀ ਕੋਸ਼ਿਸ਼ ਕੀਤੀ? ਹਾਂਜੀ, ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਪੁਲਿਸ ਨੇ ਸਾਨੂੰ ਕੁਝ ਨਹੀਂ ਦੱਸਿਆ ਜੀ। ਆਪਣੇ ਪੁਲਿਸ ਐਸੇ ਇਹ ਕਹਿ ਰਹੀ ਹੈ ਮਤਲਬ ਵੀ ਮੁੰਡੇ ਦਾ ਦਿਮਾਗ ਫਿਰ ਗਿਆ ਤੇ ਆਪਣੇ ਕੁੜੀ ਨੂੰ ਲੈ ਗਿਆ ਤੇ ਕੁੜੀ ਨੂੰ ਮਾਰ ਦਿੱਤੀ ਹੈ ਜੀ। ਕਿੰਨੀ ਤਰੀਕ ਦੀ ਘਟਨਾ ਹੈ? ਇਹ 13 ਫਰਵਰੀ ਦੀ ਆਪਣੀ ਘਟਨਾ ਹੈ। ਤੇ ਲੜਕੀ ਦੀ ਏਜ ਕਿੰਨੀ ਸੀ? ਆਪਣੇ 12.5 ਸਾਲਾਂ ਦੀ ਜੀ। ਤੇ ਹੋਰ ਤੁਹਾਡੀ ਕੀ ਮੰਗ ਕੀ ਹੈ? ਕਿਉਂ ਜਿਹੜਾ ਹੈ ਤੁਹਾਨੂੰ ਤੁਸੀਂ ਕਹਿ ਰਹੇ ਹੋ ਕਿ ਇਨਸਾਫ ਨਹੀਂ ਮਿਲ ਰਿਹਾ, ਕੀ ਮੰਗ ਕੀ ਹੈ? ਸਰ, ਆਪਣੇ ਸਾਡੀ ਤਾਂ ਮੰਗ ਇਹੀ ਆ ਮਤਲਬ ਵੀ ਗੁਰਪ੍ਰੀਤ ਗੋਪੀ ਮੌਕੇ ਤੇ ਪਾਇਆ ਗਿਆ ਆ, ਆਪਣੇ ਗ੍ਰਿਫਤਾਰ ਕੀਤਾ ਗਿਆ। ਜਿਹੜਾ ਉਹਦੇ ਚਾਚੇ ਦਾ ਮੁੰਡਾ ਉਹ ਵੀ ਨਾਲ ਸੀਗਾ, 100% ਨਾਲ ਸੀਗਾ ਉਹ। ਤੇ ਜਦੋਂ ਆਪਣੇ ਤਲਾਸ਼ੀ ਲੈਣ ਲੱਗੇ ਉਦੋਂ ਚਾਬੀ ਉਹਦੇ ਕੋਲ ਮੁੰਡੇ ਕੋਲ ਪਾਈ ਗਈ ਆ। ਤੇ ਬਾਅਦ ਜਦੋਂ ਤਲਾਸ਼ੀ ਲੈਣ ਲੱਗ ਪਏ, ਪਹਿਲਾਂ ਕਮਰਾ ਚੈੱਕ ਕੀਤਾ, 2 ਬਾਥਰੂਮ ਚੈੱਕ ਤੇ ਬਰਾਂਡੇ ਤੱਕ ਗੱਲ ਪਹੁੰਚ ਗਈ। ਜਦੋਂ ਐਂਡ ਤੱਕ ਪਹੁੰਚੀ ਆ ਤੇ ਇਹ ਮੁੰਡਾ ਘਰੋਂ ਭੱਜ ਗਿਆ। ਘਰੋਂ ਭੱਜ ਕੇ ਗੁਰਪ੍ਰੀਤ ਗੋਪੀ ਦੇ ਘਰੋਂ ਭੱਜ ਕੇ ਤਾਂ ਇਹ ਆਪਣੇ ਬੀਹੀ ਵਿੱਚ ਸਾਡੇ ਚਾਚੇ ਦੇ ਵਿੱਚ ਟੱਕਰ ਮਾਰੀ। ਉਦੋਂ ਬਾਅਦ 'ਚ ਆਪਣੇ ਬੀਹੀ ਵਿੱਚ ਜਾ ਕੇ ਰੌਲੀ ਪਾਉਣ ਲੱਗ ਪਏ ਵੀ ਗੋਪੀ ਨੇ ਕੁੜੀ ਮਾਰਤੀ, ਕੁੜੀ ਮਾਰ ਦਿੱਤੀ ਹੈ। ਬਲਕਿ ਨਾ ਸਾਨੂੰ ਪਤਾ ਸੀਗਾ ਕੁਛ ਵੀ, ਨਾ ਪੁਲਿਸ ਨੂੰ ਪਤਾ ਸੀ ਵੀ ਅੰਦਰ ਕੁੜੀ ਹੈਗੀ ਜਾਂ ਨਹੀਂ ਹੈ। ਤੇ ਇਹਨੂੰ ਕਿੱਦਾਂ ਪਤਾ ਜੇ ਮਤਲਬ ਆਪਣੀ ਕੁੜੀ ਮੁੱਕੀ ਪਈ ਹੈ? ਇਹਦਾ ਨਾਮ ਕੀ ਹੈ? ਇਹਦਾ ਵਿਕਾਸ ਸੋਨੂ ਆ ਜੀ। ਅੱਛਾ, ਜਿਹੜਾ ਮੌਕੇ ਤੋਂ ਭੱਜਿਆ ਸੀ? ਹਾਂਜੀ, ਇਹਦਾ ਨਾਮ ਵਿਕਾਸ ਸੋਨੂ ਆ, ਸਨ ਆਫ ਰੂਪਲਾਲ। ਤੇ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਨਹੀਂ ਕੀਤਾ? ਸਰ, ਆਪਣੇ ਗ੍ਰਿਫਤਾਰ ਨਹੀਂ ਕੀਤਾ ਇਹਨਾਂ ਨੂੰ। ਆਪਣੇ ਜਦੋਂ ਕੋਈ ਗੱਲਬਾਤ ਹੁੰਦੀ ਹੈ ਇਹਨਾਂ ਨੂੰ ਆਪਣੇ ਸਾਦੇ ਆ, ਉੱਥੇ ਆਪਣੇ ਥਾਣੇ 'ਚ ਸੱਦ ਕੇ ਗੱਲਬਾਤ ਕਰਦੇ ਆ, ਉਦੋਂ ਬਾਅਦ 'ਚ ਫਿਰ ਛੱਡ ਦਿੰਦੇ ਆ। ਤੇ ਕੀ ਕਾਰਨ ਹੋ ਸਕਦੇ ਆ ਕਿ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਇਸ ਨੂੰ ਗ੍ਰਿਫਤਾਰ ਨਹੀਂ ਕੀਤਾ? ਕੀ ਲੱਗਦਾ ਤੁਹਾਨੂੰ? ਸਰ, ਸਾਨੂੰ ਤਾਂ ਕੁਛ ਨਹੀਂ ਲੱਗਦਾ, ਮਤਲਬ ਕਿ ਆਪਾਂ ਕੀ ਦੱਸ ਸਕਦੇ ਹਾਂ ਮਤਲਬ ਕੀ ਕਾਰਨ ਹੋਊਗਾ। ਵੀ ਤਾਂ ਹੁਣ ਆਪਣੇ ਪੁਲਿਸ ਵਾਲਿਆਂ ਨੂੰ ਪਤਾ ਹੋਊਗਾ ਵੀ ਕਿ ਕਾਹਤੇ ਨਹੀਂ ਆਪਣੇ ਕਰ ਰਹੇ ਕੁਛ ਵੀ। ਤੁਹਾਨੂੰ ਕੀ ਲੱਗਦਾ ਹੈ ਕਿ ਬੱਚੀ ਨੂੰ ਕਿਉਂ ਮਾਰਿਆ ਗਿਆ ਗੁਰਪ੍ਰੀਤ ਗੋਪੀ ਦੇ ਵੱਲੋਂ? ਤੁਹਾਨੂੰ ਲੱਗਦਾ ਕੋਈ ਖਦਸ਼ਾ? ਨਹੀਂ ਸਰ, ਆਪਣੇ ਜੋ ਕੁਛ ਵੀ ਕੀਤਾ ਸਾਨੂੰ ਕੁਛ ਨਹੀਂ ਲੱਗ ਰਿਹਾ। ਜੋ ਕੁਛ ਵੀ ਕੀਤਾ ਪਲੇਨ ਦੇ ਆਧਾਰ ਤੇ ਕੀਤਾ ਜੀ। ਆਪਣੇ ਦੁਪਹਿਰ ਨੂੰ ਇਹ ਮੁੰਡਾ ਆਪਣੇ 12-12:30 ਵਜੇ ਛੁੱਟੀ ਕਰਕੇ ਆਇਆ ਕੰਮ ਤੋਂ, ਹੈਲਪਰੀ ਦਾ ਕੰਮ ਕਰਦਾ, ਉੱਥੇ ਛੁੱਟੀ ਕਰਕੇ ਆਇਆ। ਕਹਿੰਦਾ ਵੀ ਮੈਂ ਆਪਣੇ ਚਾਚੇ ਦੇ ਮੁੰਡੇ ਨਾਲ ਮੈਂ ਵਿਆਹ ਜਾਣਾ ਆ ਤੇ ਅਸੀਂ ਤਕਾਲਾ ਨੂੰ ਜਾ ਕੇ ਗੱਡੀ ਲੱਭਣੀ ਆ। ਗੱਡੀ ਇਸ ਹਿਸਾਬ ਨਾਲ ਲੱਭਦੇ ਸੀਗੇ ਮਤਲਬ ਵੀ ਡਰਾਈਵਰ ਨਹੀਂ ਸਾਨੂੰ ਚਾਹੀਦਾ, ਅਸੀਂ ਗੱਡੀ ਆਪ ਚਲਾ ਕੇ ਜਾਣੀ ਆ। ਜਿਹੜਾ ਗੁਰਪ੍ਰੀਤ ਗੋਪੀ ਆ ਉਹਨੂੰ ਗੱਡੀ ਆਉਂਦੀ ਨਹੀਂ, ਇਹਦੇ ਚਾਚੇ ਦੇ ਮੁੰਡੇ ਨੂੰ ਗੱਡੀ ਆਉਂਦੀ ਸੀਗੀ। ਇਹਨਾਂ ਨੇ ਸੋਚੀ ਸਮਝੀ ਪਲੈਨਿੰਗ ਦੇ ਆਧਾਰ ਤੇ ਜਾਣ ਕੇ ਜੋ ਕੁਛ ਵੀ ਕੀਤਾ, ਇਹਨਾਂ ਨੇ ਕੁੜੀ ਨੂੰ ਮਾਰਿਆ ਗਿਆ। ਇਹ ਸੋਨੂ ਤੇ ਔਰ ਗੋਪੀ ਇਹ ਤਾਂ ਆਪਣੇ 100% ਸੀਗੇ। ਬਾਕੀ ਜੇਨ ਵੀ ਜਾਣ ਕੇ ਇਹਦਾ ਸਾਈਡ ਤੇ ਸਾਥ ਦਿੱਤਾ ਜਾਂ ਮਤਲਬ ਇਹਦੇ ਨਾਲ ਸੀਗੇ। ਇਹਨਾਂ ਨੂੰ ਤਾਂ ਜਾਣ ਕੇ ਕੁੱਟਮਾਰ ਕੀਤੀ ਤੇ ਪਤਾ ਚੱਲਣਾ ਇਹ। ਤੇ ਇਹ ਜਿਹੜੀ ਜਦੋਂ ਘਟਨਾ ਵਾਪਰੀ ਸੀ ਤੁਸੀਂ ਉੱਥੇ ਪੁਲਿਸ ਦੇ ਨਾਲ ਮੌਕੇ ਤੇ ਮੌਜੂਦ ਸੀਗੇ? ਹਾਂਜੀ, ਮੈਂ ਮੌਜੂਦ ਸੀਗਾ ਜੀ। ਤੇ ਫਿਰ ਜਦੋਂ ਅੰਦਰੋਂ ਕੱਢਿਆ ਗਿਆ ਤੇ ਕਿੱਦਾਂ ਲੱਗਦਾ ਹੈ, ਮੌਤ ਕਿੱਦਾਂ ਹੋਈ ਲੜਕੀ ਦੀ? ਸਰ, ਆਪਣੇ ਕੁੜੀ ਦੀ ਮੌਤ ਇਸ ਹਿਸਾਬ ਨਾਲ ਕੀਤੀ ਗਈ ਆ ਮਤਲਬ ਉਹਦੇ ਸਿਰ 'ਚ ਥੋੜੇ, ਇੱਥੇ ਮੱਥੇ 'ਤੇ ਥੋੜੇ ਮਾਰੇ ਗਏ ਆ, ਤਾਂ ਉਹਦੀ ਹੱਡੀ ਵੀ ਆ ਤੋੜ ਦਿੱਤੀ, ਗੁੱਟ ਵੀ ਤੋੜੇ ਗਏ। ਉਹਦੇ ਮੂੰਹ 'ਚ ਜਾਣ ਕੇ ਡਰਿੰਕ ਵੀ ਪਾਈ ਹੋਈ ਸੀ। ਅੱਛਾ। ਹਾਂਜੀ, ਕਾਂਕਰੀਟ ਮੂੰਹ 'ਚ ਪਾਈ ਸੀਗੀ ਤਾਂ ਰੇਤਾ ਅੱਖਾਂ 'ਚ, ਮੂੰਹ 'ਚ ਰੇਤਾ, ਸਾਰਾ ਕੁਛ ਕੀਤਾ ਸੀਗਾ ਜੀ। ਔਰ ਭੈਣ ਜੀ ਵੀ ਸਾਡੇ ਨਾਲ ਨੇ। ਭੈਣ ਜੀ, ਦੁੱਖ ਤਾਂ ਵੱਡਾ ਹੈ। ਮਹਿਜ 12.5 ਸਾਲ ਦੀ ਉਮਰ ਸੀ ਬੱਚੀ ਦੀ, ਤੇ ਦੁਖਾਂਤ ਵੱਡਾ ਹੈ। ਅਸੀਂ ਲਫ਼ਜ਼ਾਂ ਦੇ ਵਿੱਚ ਤਾਂ ਬਿਆਨ ਨਹੀਂ ਕਰ ਸਕਦੇ, ਪਰ ਲੱਗਦਾ ਹੈ ਕਿ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਜਿਹੜਾ ਸੁਣਵਾਈ ਨਹੀਂ ਕਰ ਰਿਹਾ ਤੁਹਾਡੀ। ਹਾਂਜੀ, ਸਾਡੀ ਨਹੀਂ ਸੁਣਵਾਈ ਹੋ ਰਹੀ। ਇਹ ਮੁਲਜ਼ਮਾਂ ਨੂੰ ਕੋਈ ਫੜਦਾ ਨਹੀਂ। ਦੇਖੋ ਕਿੱਡਾ ਜ਼ੁਲਮ ਹੋਇਆ ਬੱਚੀ ਦੇ ਨਾਲ, ਫੇਰ ਵੀ ਕੋਈ ਸਾਡੀ ਸੁਣ ਨਹੀਂ ਰਿਹਾ। ਜਿਹੜੇ ਨਾਲ ਮੁਲਜ਼ਮ ਜਿਹੜਾ ਨਾਲ ਆ ਉਹਦੇ, ਉਹ ਸਾਥ ਦਿੱਤਾ ਉਹਨੇ ਉਹਦਾ। ਜਿਹੜਾ ਮੌਕੇ ਤੇ ਫੜਿਆ ਉਹ ਤਾਂ ਫੜ ਲਿਆ ਉਹਨਾਂ ਨੇ, ਉਹਨਾਂ ਨੂੰ ਮੌਕੇ ਤੇ ਲੱਭ ਗਿਆ, ਲੈ ਗਏ ਉਹਨੂੰ ਕੱਢ ਕੇ। ਪਰ ਜਿਹੜਾ ਨਾਲ ਸੀ ਉਹਦੇ, ਉਹਨਾਂ ਨੇ ਉਹ ਭੱਜ ਗਿਆ ਤੇ ਉਹਨੂੰ ਉਹ ਫੜਦੇ ਨਹੀਂ ਹੈਗੇ। ਉਹ ਉਹਦੇ ਨਾਲ ਸੀ। ਅਸੀਂ ਉਸੇ ਦਿਨ ਰੌਲਾ ਪਾਇਆ ਉਹਨਾਂ ਨੂੰ, ਦਰਖਾਸਤ ਵਿੱਚ ਵੀ ਪੁਲਿਸ ਨੇ ਉਹਦਾ ਨਾਂ ਨਹੀਂ ਚਾੜਿਆ। ਪਤਾ ਨਹੀਂ ਸਾਡੇ ਨਾਲ ਇਹਨਾਂ ਨੇ ਕੀ ਕੀਤਾ ਆ, ਸਾਨੂੰ ਸਮਝ ਨਹੀਂ ਲੱਗਦੀ। ਰਿਪੋਰਟ ਵੀ ਇਹਨਾਂ ਨੇ ਸਾਡੀ ਗਲਤ ਲਿਖੀ ਆ ਤੇ ਉਹਨੂੰ ਫੜ ਨਹੀਂ ਰਹੇ ਹੁਣ ਤੱਕ। ਅਸੀਂ ਦੇਖ ਲਓ, ਇਹ ਦੇਖਦੇ ਹਾਂ ਵੀ ਕਦੋਂ ਮੁਲਜ਼ਮ ਨੂੰ ਫੜਨਗੇ। ਅਸੀਂ ਉਸੇ ਦਿਨ ਤੋਂ ਫੇਰੀ ਜਾਂਦੇ ਆ, ਥਾਂ ਜਾਂਦੇ ਆ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ।
ਵੀ ਉਹਨੂੰ ਫੜਨੇ, ਇਹ ਦੋਨਾਂ ਨੂੰ ਸਾਡੇ ਸਾਹਮਣੇ ਫਾਂਸੀ ਦੇਣ, ਇੱਥੇ ਲਿਆ ਕੇ ਚੌਂਕ 'ਚ ਮਾਰਨ ਉਹਨਾਂ ਨੂੰ। ਅਸੀਂ ਤਾਂ ਇਹ ਕਹਿੰਦੇ ਆ, ਜੇ ਨਹੀਂ ਇਹ ਕਰ ਸਕਦੇ ਨਾ ਮੁਲਜ਼ਮ ਨੂੰ ਇੱਥੋਂ ਲੈ ਕੇ ਜਾਂਦੇ, ਸਾਨੂੰ ਦੇ ਦੇਣ, ਅਸੀਂ ਉਹਨੂੰ ਆਪੇ ਹੀ ਮਾਰ ਦੇਵਾਂਗੇ ਸਾਰੇ ਪਿੰਡ ਦੇ। ਜੀ। ਔਰ 13 ਫਰਵਰੀ ਦੀ ਜਦੋਂ ਘਟਨਾ ਹੈ, ਤੁਸੀਂ ਮੌਜੂਦ ਘਰ ਦੇ ਵਿੱਚ ਸੀ ਜਾਂ ਕਿਤੇ ਗਏ ਹੋਏ ਸੀ? ਅਸੀਂ ਘਰ ਹੀ ਸੀਗੇ, ਇੱਥੇ ਹੀ ਸੀ ਅਸੀਂ, ਸਾਨੂੰ ਪਤਾ ਨਹੀਂ ਲੱਗਾ। ਬੱਚੇ ਬਾਹਰ ਖੇਡਦੇ ਸੀ, ਅਸੀਂ ਤਾਂ ਆਪਣੇ ਕੰਮ ਕਾਰ ਸੀ। ਸੈਲਵੀਆ ਵੀ ਨਾਲ ਖੇਡਦੀ ਬੱਚੇ? ਹਾਂਜੀ, ਇੱਥੇ ਬੱਚੇ ਦੇ ਨਾਲ ਹੀ ਸੀਗੀ, ਬਾਹਰ ਹੀ ਬੈਠੀ ਸੀ, ਕਿਤੇ ਵੀ ਨਹੀਂ ਸੀ ਗਈ। ਦਰ ਦੇ ਮੋਹਰੇ ਉਸੇ ਟਾਈਮ ਨਿਕਲੀ, 2 ਮਿੰਟ 'ਚ ਹੀ ਪਤਾ ਨਹੀਂ ਵੀ ਜਾਣੀ ਕਿ ਕੀ ਕੀਤਾ ਇਹਨਾਂ ਨੇ। ਤੁਹਾਨੂੰ ਕਦੋਂ ਪਤਾ ਲੱਗਾ ਕਿ ਬੱਚੀ ਮਿਲ ਨਹੀਂ ਰਹੀ? ਸਾਨੂੰ ਉਸੇ ਟਾਈਮ 4-5 ਮਿੰਟ ਬਾਅਦ, 10 ਮਿੰਟ ਬਾਅਦ ਜਦੋਂ ਬੱਚੇ ਇੱਥੇ ਲੱਭਣ ਲੱਗ ਗਏ, ਅਸੀਂ ਵੀ ਉਸੇ ਟਾਈਮ ਲੱਭਣ ਲੱਗ ਗਏ, ਸਾਰੇ ਉਹਦੀ ਭਾਲ ਕਰਨ ਲੱਗ ਗਏ। ਉਸੇ ਟਾਈਮ ਅਸੀਂ ਰੌਲਾ ਪਾ ਦਿੱਤਾ ਵੀ ਬੱਚੀ ਨਹੀਂ ਮਿਲਦੀ। ਸਾਰੇ ਇਕੱਠੇ ਹੋ ਗਏ ਮੇਰੇ ਨਾਲ, ਸਾਰੇ ਘਰਾਂ ਵਾਲੀਆਂ ਲੱਭਣ ਲੱਗ ਗਈਆਂ ਨਾਲ ਦੀਆਂ। ਇਹਦੇ ਘਰ ਵੀ ਅਸੀਂ ਬਾਹਰੋਂ ਫਿਰ ਕੇ ਘੁੰਮ ਕੇ ਆਉਂਦੇ ਰਹੇ, ਸਾਨੂੰ ਪਤਾ ਨਹੀਂ ਲੱਗਾ। ਇਹਨੇ ਅੰਦਰ ਜਿੰਦਾ ਲਾਇਆ ਹੋਇਆ ਸੀ, ਪਿਛਲੇ ਅੰਦਰ। ਤੇ ਇਹ ਨਾਲ ਹੀ ਦੱਸਦੇ ਭਾਜੀ ਨਹੀਂ, ਕਹਿੰਦੇ ਨਾਲ ਹੀ ਘੁੰਮਦਾ ਫਿਰਦਾ ਰਿਹਾ, ਨਾਲ ਹੀ ਘੁੰਮਦਾ ਰਿਹਾ, ਸਾਰੇ ਪਾਸੇ ਨਾਲ ਹੀ ਗਿਆ, ਨਾਲ ਹੀ ਅਨਾਉਂਸਮੈਂਟਾਂ ਕਰਾਈਆਂ, ਨਾਲ ਹੀ ਨੈੱਟ ਤੇ ਫੋਟੋਆਂ ਪਾਉਂਦਾ ਸੀ। ਉਹ ਵੀ ਮੁੰਡਾ ਨਾਲ ਹੀ ਸੀਗਾ, ਜਿਹੜਾ ਦੂਜਾ ਸੀ ਉਹ ਦਰ 'ਚ ਖੜਾ ਸੀ, ਇਹ ਨਾਲ ਲੱਭਦਾ ਸੀ। ਉਹ ਦਰ 'ਚ ਖੜ ਕੇ ਰਾਖੀ ਕਰਦਾ ਹੋਊ ਜਾਂ ਘਰ ਦੀ, ਕੀ ਪਤਾ ਸਾਨੂੰ ਕੀ ਕਰਦਾ ਸੀ। ਹੈਗਾ ਉਹ ਵੀ ਇੱਥੇ ਹੀ ਸੀ ਨਾਲ, ਬਾਅਦ 'ਚ ਪਤਾ ਨਹੀਂ ਕਿੱਦਾਂ ਭੱਜ ਗਿਆ। ਸ਼ੱਕ ਕਿੱਦਾਂ ਹੋਇਆ ਕਿ ਫਿਰ ਇਹਦੀ ਘਰ ਦੀ ਤਲਾਸ਼ੀ ਲਈ ਗਈ? ਫਿਰ ਪੁਲਿਸ ਆਈ ਤਾਂ ਉਹਨਾਂ ਨੇ ਕੀਤਾ, ਪੁਲਿਸ ਨੇ ਪਤਾ ਲਗਾਇਆ, ਨਹੀਂ ਤਾਂ ਸਾਡੇ ਕਹੇ ਤੇ ਥੋੜੀ ਜਿੰਦਾ ਖੋਲਣਾ ਸੀ ਇਹਨੇ। ਪੁਲਿਸ ਨੇ ਖਲਾਇਆ, ਉਹਨਾਂ ਨੇ ਪਤਾ ਲਾਇਆ, ਉਹਨਾਂ ਨੂੰ ਸ਼ੱਕ ਹੋਇਆ। ਘਰ ਵਾਵਾ ਨਜ਼ਦੀਕ ਹੈ ਤੁਹਾਡੇ, ਤੇ ਕੋਈ ਲੱਗਦਾ ਸੀਗਾ ਕਿ ਪਹਿਲਾਂ ਤੋਂ ਕੋਈ ਆਪਸੀ ਜਿਵੇਂ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਹੁੰਦੀ ਕੋਈ ਉਹਨਾਂ ਦਾ ਸੀਗੀ? ਨਹੀਂ, ਸਾਡੇ ਨਾਲ ਨਹੀਂ ਇੱਦਾਂ ਦਾ ਕੋਈ ਵੀ, ਨਾ ਸਾਡੇ ਕਦੀ ਘਰ ਆਇਆ, ਨਾ ਅਸੀਂ ਗਏ ਆ ਉੱਦਾਂ ਕਿਤੇ ਰਾਹ 'ਚ ਬੁਲਾ ਲਿਆ, ਨਹੀਂ ਤਾਂ ਨਹੀਂ, ਸਾਡੀ ਇੱਦਾਂ ਦੀ ਕੋਈ ਨਹੀਂ ਸੀ, ਨਾ ਕੋਈ ਲੜਾਈ ਝਗੜਾ ਸੀ, ਕਿਉਂਕਿ ਇਕੱਲਾ ਰਹਿੰਦਾ ਸੀ, ਅਸੀਂ ਕਦੀ ਗਏ ਨਹੀਂ ਸੀ ਘਰ। ਤੇ ਭਾਜੀ ਲੱਗਦਾ ਹੈ ਕਿ ਜਿੱਦਾਂ ਜਦੋਂ ਤੁਸੀਂ ਘਟਨਾ ਮੌਕੇ ਤੇ ਮੌਜੂਦ ਸੀਗੇ, ਖਦਸ਼ਾ ਹੈ ਤੁਹਾਨੂੰ ਇਹ ਕਿ ਇਕੱਲੇ ਬੰਦੇ ਦਾ ਕੰਮ ਨਹੀਂ ਹੋ ਸਕਦਾ ਹੈ? ਨਹੀਂ ਜੀ, ਇਹ ਇਕੱਲੇ ਬੰਦੇ ਦਾ ਕੰਮ ਨਹੀਂ, ਇਹ ਜਾਣੀ ਕਿ ਜਿੱਦਾਂ ਗੈਂਗ ਤੌਰ ਤੇ ਪਲਾਨ ਕੀਤਾ ਗਿਆ ਇਹ ਆਪਣੇ। ਇਹ ਗੁਰਪ੍ਰੀਤ, ਗੋਪੀ ਔਰ ਸੋਨੂ, ਵਿਕਾਸ ਸੋਨੂ, ਇਹ ਇਕੱਠੇ ਤਾਂ ਸੀਗੇ, ਜਾਣੀ ਕਿ ਇਹਨਾਂ ਨਾਲ ਹੋਰ ਵੀ ਬੰਦਿਆਂ ਨੇ ਸਾਥ ਦਿੱਤਾ। ਸਾਨੂੰ ਸ਼ੱਕ ਹੈ ਕਿ ਮਤਲਬ ਹੋਰ ਵੀ ਨਾਲ ਸੀਗੇ ਇਹਨਾਂ ਦੇ। ਹੁਣ ਇੱਕ ਬੰਦਾ ਉਹੀ ਬਾਹਰ ਫਿਰਦਾ, ਉਹੀ ਅੰਦਰ ਮਾਰੀ ਜਾਂਦਾ, ਇਦਾਂ ਤਾਂ ਹੋ ਨਹੀਂ ਸਕਦੀ ਜੀ। ਉਹ ਅੰਦਰ ਵੀ ਜਾਂਦਾ ਸੀ, ਬਾਹਰ ਵੀ ਆਉਂਦਾ ਸੀ, ਕੋਈ ਅੰਦਰ ਨਾਲ ਸੀ ਉਹਦੇ ਤਾਂ ਕਰਦਾ ਸੀ। ਤੇ ਗੁਰਪ੍ਰੀਤ, ਗੋਪੀ ਜਿਹੜਾ ਗ੍ਰਿਫਤਾਰ ਕੀਤਾ ਹੈ, ਇਹਦੇ ਮਾਤਾ ਪਿਤਾ ਨਾਲ ਰਹਿੰਦੇ ਇਹਦੇ? ਨਹੀਂ, ਮਾਤਾ ਪਿਤਾ ਅੱਛਾ, ਮਾਤਾ ਪਿਤਾ ਮੁੱਕੇ ਹੋਏ ਆ ਸਾਲ ਤੋਂ। ਇਹ ਸਾਲ ਤੱਕ ਜਾਣੀ ਕਿ ਇਕੱਲਾ ਰਹਿੰਦਾ ਸੀਗਾ। ਇਹਦੀ ਭੈਣ ਵਿਆਹੀ ਹੈ, ਇਹਦਾ ਭਰਾ ਵੀ ਮੁੱਕ ਗਿਆ ਸੀਗਾ, ਇਹ ਇਕੱਲਾ ਹੀ ਸੀਗਾ। ਇਹਦੇ ਕੋਲ ਜਿਹੜੇ ਵੀ ਮੁੰਡੇ ਆਉਂਦੇ ਸੀਗੇ, ਜਾਣੀ ਕਿ ਮੁੰਡੇ ਉੱਦਾਂ ਦੇ ਅਮਲੀ ਸੀਗੇ ਆਉਂਦੇ ਇਹਦੇ ਕੋਲ। ਹਾਂਜੀ। ਤੇ ਹੁਣ ਕੀ ਮੰਗ ਕੀ ਕਰਦੇ ਹੋ? ਮੰਗ ਸਾਡੀ ਇਹੀ ਹੈ, ਮਤਲਬ ਜਿੰਨੇ ਵੀ ਆਪਣੇ ਮੁਜਰਮ ਆ, ਜਿਨ੍ਹਾਂ ਨੇ ਵੀ ਮਤਲਬ ਸਾਡੀ ਕੁੜੀ ਨੂੰ ਮਾਰਿਆ, ਜਿੱਦਾਂ ਕੁੜੀ ਸਾਡੀ ਤੜਪ ਕੇ ਮੁੱਕੀ ਹੈ, ਇਸ ਤਰ੍ਹਾਂ ਇਹ ਆਪਣੇ ਤੜਪ ਕੇ ਮੁੱਕਣ, ਇਹਨਾਂ ਨੂੰ ਫਾਂਸੀ ਦਿੱਤੀ ਜਾਵੇ ਸਾਰਿਆਂ ਮੁਜਰਮਾਂ ਨੂੰ। ਪਿੰਡ ਰੁੜਕੀ ਹੈ ਜਿੱਥੇ 13 ਫਰਵਰੀ ਨੂੰ ਇਹ ਦਰਦਨਾਕ ਘਟਨਾ ਵਾਪਰੀ ਸੀ। ਇਨਸਾਨੀਅਤ ਸ਼ਰਮਸਾਰ ਹੋਈ ਸੀ। ਇੱਕ ਘਰ ਦੇ ਵਿੱਚ ਕੁੜੀ ਨੂੰ ਲਿਜਾ ਕੇ ਥੋੜਿਆਂ ਦੇ ਨਾਲ ਮਾਰ ਦਿੱਤਾ ਗਿਆ। ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਮਾਤਾ ਜੀ, ਸੈਲਵੀਆ ਨਾਮ ਦੀ ਜਿਹੜੀ ਲੜਕੀ ਸੀਗੀ, 12.5 ਸਾਲ ਦੀ, ਬੜੀ ਦਰਿੰਦਗੀ ਦਿਖਾਈ ਗਈ, ਪਤਾ ਤੁਹਾਨੂੰ ਇਸ ਘਟਨਾ ਬਾਰੇ? ਹਾਂ, ਪਤਾ ਆ ਇਸ ਘਟਨਾ ਬਾਰੇ। ਮੈਂ ਜਦੋਂ ਸੁਣਿਆ ਵੀ ਸੈਲਵੀ ਲੱਭਦੀ ਨਹੀਂ, ਮੈਂ ਸਾਰੇ ਹੀ ਡਗਦੀ ਢਹਿੰਦੀ ਸਾਰੇ ਘੁੰਮ ਕੇ ਮੈਨੂੰ ਨਹੀਂ ਦਿਸੀ। ਤੁਹਾਡਾ ਲਾਗੇ ਘਰ ਹੈ ਇਹਨਾਂ ਦਾ? ਆ ਘਰ ਮੁੰਡੇ ਦਾ, ਉਸਦਾ, ਕੁੜੀ ਵਾਲੇ ਦਾ, ਆ ਸਾਡਾ। ਅੱਛਾ ਜੀ। ਹਾਂ, ਅਸੀਂ ਨਹੀਂ ਝੂਠ ਬੋਲਣਾ, ਅਸੀਂ ਬਹੁਤ ਟੋਲੀ ਆ। ਅੱਛਾ, ਤੇ ਫਿਰ ਹੁਣ ਉਸ ਤੋਂ ਬਾਅਦ ਕਿੱਥੋਂ ਮਿਲੀ ਲੜਕੀ, ਕਿੱਥੋਂ ਮਿਲੀ ਲੜਕੀ? ਆ ਜੋ ਘਰ ਦਿਖਾ ਦਿੰਨੀ। ਨਹੀਂ, ਕੋਈ ਨਹੀਂ, ਘਰ ਅਸੀਂ ਦੇਖ ਲਾਂਗੇ। ਫਿਰ ਪਤਾ ਲੱਗ ਗਿਆ ਤੁਹਾਨੂੰ ਕਿ ਲੜਕੀ ਉੱਥੇ ਮ੍ਰਿਤਕ ਅਵਸਥਾ 'ਚ? ਉੱਥੋਂ, ਹਾਂਜੀ, ਉੱਥੇ ਮੈਂ ਖੜੀ ਸੀ ਜਿਸ ਵੇਲੇ ਕੱਢੀ, ਸਾਰਾ ਪਿੰਡ ਇਕੱਠਾ ਸੀ, ਉੱਥੋਂ ਕੱਢੀ। ਤੀਜਾ ਘਰ ਆ, ਉੱਥੋਂ ਚਿੰਦਾ ਲੱਗਾ ਆ, ਝੂਠ ਨਹੀਂ ਬੋਲਣਾ। ਔਰ ਜਿਹੜੇ ਪਰਿਵਾਰ ਮੈਂਬਰ ਨੇ, ਮਾਤਾ ਪਿਤਾ ਨੇ, ਉਹ ਕਹਿੰਦੇ ਇਨਸਾਫ ਨਹੀਂ ਮਿਲ ਰਿਹਾ ਹਜੇ ਵੀ ਉਹਨਾਂ ਨੂੰ। ਹੈ, ਕਹਿੰਦੇ ਇਨਸਾਫ ਨਹੀਂ ਮਿਲ ਰਿਹਾ, ਪੁਲਿਸ ਪ੍ਰਸ਼ਾਸਨ ਨਹੀਂ ਮਿਲਦਾ ਇਨਸਾਫ ਸਾਨੂੰ। ਇੱਥੇ ਤਾਂ ਖੇਲਦੀ ਹੁੰਦੀ ਸੀ, ਇੱਥੇ ਖੇਲਦੀ ਸੀ।
ਮੇਰੇ ਕੋਲ ਰਹਿੰਦੀਆਂ ਸੀ 3 ਕੁੜੀਆਂ। ਤੁਹਾਡੀ ਦਰਦਨਾਕ ਘਟਨਾ ਵਾਪਰੀ ਸੀ, ਕੀ ਘਟਨਾ ਕੀ ਸੀ? ਘਟਨਾ ਤਾਂ ਕੋਈ ਨਾ ਸੀਗੀ, ਬੱਚੇ ਖੇਲਦੀ ਸੀਗੀ ਬੜੀ ਸੋਹਣੀ, ਖੇਲਦੀ ਪਤਾ ਨਹੀਂ ਗੁੰਮ ਕਿੱਦਾਂ ਹੋ ਗਈ, ਕਿੱਦਾਂ ਲੈ ਗਏ ਪੇਚੇ ਦੇ ਵਿੱਚ। ਰੌਲਾ ਪੈਂਦਾ ਸੁਣਿਆ ਅਸੀਂ ਵੀ ਸੈਵੀ ਨਹੀਂ ਲੱਜਦੀ, ਸਾਰੇ ਪਿੰਡਾਂ ਦੇ ਵਿੱਚ ਟੋਲਣ ਲੱਗ ਪਏ, ਸਾਰਾ ਆਂਢ ਗੁਆਂਢ ਇਕੱਠਾ ਹੋ ਗਿਆ। ਸਾਰੇ ਕਹਿਣ ਲੱਗੇ ਵੀ ਪਤਾ ਨਹੀਂ ਇੱਥੇ ਦੇਖੋ। ਜਿਸ ਵੇਲੇ ਪੁਲਿਸ ਆ ਗਈ ਆ, ਉਹ ਕਹਿੰਦੇ ਸਾਨੂੰ 15 ਮਿੰਟਾਂ ਦੇ ਵਿੱਚ ਅਸੀਂ ਟੋਲ ਕੇ ਦਿਖਾ ਦਿੰਦੇ ਆ। ਆਹ 2 ਘਰ ਨਹੀਂ ਦੇਖੇ, ਦੇਖ ਕੇ ਤਾਂ ਫਿਰ ਉਸ ਘਰੋਂ ਜਾਂ ਦੇਖੀ ਤਾਂ ਉਹ ਅੰਦਰਲਾ ਜਿੰਦਾ ਉਹ ਨਾ ਖੋਲ੍ਹਣ, ਬਾਹਰਲਾ ਖੋਲ੍ਹ ਦਿੱਤਾ। ਪੁਲਿਸ ਵਾਲੇ ਨੂੰ ਵੀ ਕਹਿੰਦਾ ਚਾਬੀ ਹੈ ਨਹੀਂ ਗੀ, ਉਹ ਕਹਿੰਦਾ ਦੇ ਚਾਬੀ, ਚੱਲ ਹੁਣ ਦੇ ਦਿੱਤੀ ਚਾਬੀ, ਖੋਲ੍ਹ ਦਿੱਤਾ। ਜਦ ਉਹ ਦੇਖੀ ਉਹ ਲੰਮੀ ਪਈ, ਉਹਦੇ ਉੱਤੇ ਬੋਰਾ ਵੀ ਰੱਖਿਆ ਆ, ਉਹਦਾ ਬੁਰਾ ਹਾਲ, ਉਹਦੇ ਥੋੜੇ ਮਾਰਿਓ, ਉਹ ਸਾਤੋਂ ਦੇਖੀ ਨਹੀਂ ਜਾਂਦੀ, ਸਾਤੋਂ ਗੱਲ ਵੀ ਨਹੀਂ ਹੋ ਰਹੀ। ਹਾਂ, ਸਾਡੀ ਕੁੜੀ ਦਾ ਬਹੁਤ ਬੁਰਾ ਹਾਲ ਕੀਤਾ। ਇਹ ਹੁਣ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ। ਇਹ ਹੁਣ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ। ਜਿਹੜਾ ਸੋਨੂੰ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਆ, ਉਹ ਬਾਹਰ ਨਹੀਂ ਅਸੀਂ ਕੱਢਣਾ ਚਾਹੁੰਦਾ, ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਬਸ। ਜਿਹੜੀ ਘਟਨਾ ਵਾਪਰੀ ਸੀ 13 ਫਰਵਰੀ ਨੂੰ, ਬੜੀ ਦਰਦਨਾਕ ਘਟਨਾ ਸੀ, ਕੀ ਘਟਨਾ ਕੀ ਸੀ ਅਸਲ 'ਚ? ਘਟਨਾ ਇਹ ਸੀਗੀ, ਸਾਡੀ ਬੱਚੀ ਗਵਾਚ ਗਈ ਸੀ, ਸਾਰੇ ਲੱਭਦੇ ਫਿਰਦੇ ਸੀਗੇ, ਸਾਨੂੰ ਕਿਤੇ ਨਹੀਂ ਲੱਭੀ ਹੈਗੀ। ਸਾਰੇ ਕੈਮਰੇ ਚੈੱਕ ਕੀਤੇ ਤੇ ਸਾਰੇ ਅਸੀਂ ਲੌਸਮੈਂਟਾਂ ਕਰਾਈਆਂ ਤੇ ਸਾਰੇ ਇਕੱਠਾ ਹੋ ਗਿਆ ਮਹੱਲਾ। ਤੇ ਫਿਰ ਪੁਲਿਸ ਬੁਲਾਈ ਤਾਂ ਫਿਰ ਉਹ ਆਈ ਤਾਂ ਉਹਨਾਂ ਨੇ ਕਿ ਬੱਚੀ ਕੱਢੀ। ਲਾਗੇ ਘਰ ਹੀ ਬੱਚੀ ਦੀ? ਹਾਂਜੀ, ਲਾਗੇ ਘਰ ਸੀ। ਆਹ ਘਰ ਆ, ਗਰੀਬ ਪਰਿਵਾਰ ਆ, ਤਾਂ ਇੰਨੇ ਜੋਗੇ ਹੈ ਵੀ ਨਹੀਂ ਹੈਗੇ ਜਿਹੜੇ ਕੰਮਾਂ 'ਚ ਸਾਨੂੰ ਪਾ ਗਏ ਆ। ਸਾਨੂੰ ਇਹਨਾਂ ਕੰਮਾਂ ਦਾ ਪਤਾ ਵੀ ਨਹੀਂ ਹੈਗਾ, ਨਾ ਅਸੀਂ ਇੱਦਾਂ ਕੈਮਰੇ ਮੂਹਰੇ ਕੋਈ ਬੋਲ ਸਕਦੇ ਨਾ। ਸਾਨੂੰ ਨਹੀਂ ਇਸ ਗੱਲ ਦਾ ਕੋਈ ਵੀ ਪਤਾ। ਸਾਡੀ ਤਾਂ ਬੱਚੀ ਸੀਗੀ, ਜਿੱਦਾਂ ਕਹਿੰਦੇ 3 ਭਰਾਵਾਂ ਦੇ ਇੱਕ ਹੀ ਕੁੜੀ ਸੀਗੀ। ਮੇਰੇ ਵੀ ਕਾਕਾ ਆ, ਤੇ ਦੂਜੀ ਮੇਰੀ ਦਰਾਣੀ ਦੇ ਵੀ ਕਾਕਾ ਸੀ, ਇਹਦੇ ਕੁੜੀ ਸੀਗੀ ਕਸ ਕੱਲੀ। ਸਾਡੀ ਤਾਂ ਉਹ ਵੀ ਖੋਲੇ ਹੀ ਨਾ। ਕੀ ਕਾਰਨ ਕੀ ਹੋ ਸਕਦੇ, ਲੱਗਦਾ ਪਤਾ ਕੁਛ? ਕਾਰਨ ਨਾ ਸਾਨੂੰ ਨਹੀਂ ਪਤਾ ਹੈ ਕੋਈ ਵੀ ਕਾਰਨ। ਹੁਣ ਪਤਾ ਨਹੀਂ ਕਿਹੜੀ ਕਾਰਨ ਹੋਇਆ ਜਾਂ ਕੀ ਨਹੀਂ। ਉਹ ਪੁਲਿਸ ਵਾਲਿਆਂ ਨੂੰ ਬੁਲਾਉਣਾ ਚਾਹੀਦਾ, ਉਹਦੇ ਕੋਲ ਵੀ ਕੀ ਕਾਰਨ ਸੀਗਾ, ਕਾਹਤੇ ਮਾਰੀ ਆ। ਪਰਿਵਾਰ ਕਹਿ ਰਿਹਾ ਕਿ ਇਨਸਾਫ ਨਹੀਂ ਹਜੇ ਵੀ ਦਿੱਤਾ ਜਾ ਰਿਹਾ। ਕਿੱਦਾਂ ਲੱਗਦਾ ਹੈ ਕਿ ਇਕੱਲੇ ਬੰਦੇ ਦਾ ਕੰਮ ਨਹੀਂ ਹੈ, ਜਿਸ ਤਰ੍ਹਾਂ ਹੱਤਾ ਕੀਤੇ ਗਏ? ਇਕੱਲੇ ਬੰਦੇ ਦਾ ਕੰਮ ਨਹੀਂ ਆ, ਥੋੜੇ ਮਾਰੇ ਆ, ਸਿਰ ਸਾਰਾ ਕੁੜੀ ਦਾ ਪਾੜਿਆ ਪਿਆ ਸੀ, ਹੱਥ ਸਾਰੇ ਫਿੱਸੇ ਪਏ ਸੀਗੇ। ਤੇ ਅਸੀਂ ਇੱਦਾਂ ਕਿੱਦਾਂ ਕਹਿ ਦਈਏ, ਇਕੱਲੇ ਦਾ ਕੰਮ ਇਕੱਲਾ ਬੰਦਾ ਨਹੀਂ ਕਰ ਸਕਦਾ। ਤੁਸੀਂ ਦੇਖਿਆ ਸੀ ਜਦੋਂ ਮ੍ਰਿਤਕ ਅਵਸਥਾ 'ਚ ਲੜਕੀ ਸੀ? ਹਾਂਜੀ, ਬਹੁਤ ਬੁਰੀ ਹਾਲਤ ਕੀਤੀ ਸੀ ਕੁੜੀ ਦੀ। ਸਾਡੇ ਕੋਲ ਦੇਖ ਨਹੀਂ, ਸਾਡੀ ਬੱਚੀ ਸੀਗੀ, ਅਸੀਂ ਦੇਖ ਨਹੀਂ ਸਕਦੇ। ਇੰਨੀ ਭੈੜੀ ਹਾਲਤ ਕੀਤੀ ਸੀ ਸਾਡੀ ਬੱਚੀ ਦੀ। ਸਾਡੇ ਕੋਲ ਤਾਂ ਦੇਖ ਕੇ ਉਹਦੇ ਸੰਤ ਗਸੀਆਂ ਉੱਤੇ ਪੈਣ ਲੱਗ ਪਏ। ਪਰਿਵਾਰ ਦੀ ਲੱਗਦਾ ਹੈ ਕਿ ਕੋਈ ਰੰਜਿਸ਼ ਵਗੈਰਾ ਕੋਈ ਇਦਾਂ? ਨਾ ਜੀ, ਕੋਈ ਨਹੀਂ ਸੀ ਸਾਡੇ। ਉਹ ਮੇਰਾ ਦੇ ਰਿਹਾ, ਕੋਈ ਨਹੀਂ ਸੀ ਸਾਡੀ ਉਹਦੇ ਨਾਲ ਗੱਲਬਾਤ, ਕੋਈ ਨਹੀਂ ਸੀ ਸਾਡੀ, ਕੋਈ ਆਉਣੀ ਜਾਣੀ ਨਹੀਂ ਸੀ ਉਹਦੇ ਘਰ, ਜਾਂ ਸਾਡਾ ਕੋਈ ਬੰਦਾ ਨਿਆਣਾ ਨਹੀਂ ਸੀ ਜਾਂਦਾ। ਇਹ ਤਾਂ ਪਤਾ ਨਹੀਂ ਕਿਹੜੀ ਚਾਲ ਦੇ ਨਾਲ ਲੈ ਕੇ ਗਿਆ, ਕਿਹੜੀ ਨਾਲ ਨਹੀਂ ਲੈ ਕੇ ਗਿਆ। ਹਾਂਜੀ ਸਰ, ਮੈਂ ਤਾਂ ਕਿਤੇ ਗਈ ਹੋਈ ਸੀਗੀ, ਜਦੋਂ ਆਈ 6 ਵਜੇ ਤਾਂ ਰੌਲਾ ਪੈਂਦਾ ਸੀਗਾ, ਕੁੜੀ ਨਹੀਂ ਲੱਭਦੀ ਹੈਗੀ। ਆ ਕੇ ਅਸੀਂ ਵੀ ਸਾਰਿਆਂ ਨੇ ਟੋਲਣ ਦੀ ਕੋਸ਼ਿਸ਼ ਕੀਤੀ ਆ ਤੇ ਸਾਨੂੰ ਨਹੀਂ ਮਿਲ ਰਹੀ ਸੀ। ਸਾਨੂੰ ਇੱਦਾਂ ਹੀ ਆਂਢੀ ਗੁਆਂਢੀ ਕਹਿਣ ਲੱਗੇ ਤੁਸੀਂ ਆਪੋ ਆਪਣੇ ਘਰ ਫੋਲੋ, ਤੁਸੀਂ ਆਪਣੇ ਹਿਸਾਬ ਨਾਲ। ਅਸੀਂ ਇੱਦਾਂ ਵੀ ਘਰ ਟੋਲਦੇ ਸੀਗੇ, ਉਹਦੇ ਵਿਹੜੇ ਤਾਈਂ ਅਸੀਂ ਗਏ ਆ 2 ਵਾਰ ਤੇ ਪਿਛਲਾ ਕੁੰਡਾ ਨਹੀਂ ਖਿਲਾ ਰਹੇ ਸੀਗੇ, ਕਹਿੰਦਾ ਇਹ ਲੱਗਾ ਹੀ ਰਹਿੰਦਾ ਆ। ਤੇ ਜਦੋਂ ਬਾਅਦ 'ਚ ਉੱਥੋਂ ਹੀ ਕੁੜੀ ਮਿਲੀ ਆ ਸਾਨੂੰ। ਹਾਂਜੀ, ਲੱਗਦਾ ਕੀ ਕਾਰਨ ਕੀ ਹੋਣਗੇ ਵੀ ਲੜਕੀ ਨੂੰ ਇਦਾਂ ਦਰਿੰਦਗੀ ਦੇ ਨਾਲ ਮਾਰ ਦਿੱਤਾ ਗਿਆ? ਸਰ ਅਸੀਂ ਸੋਚ ਹੀ ਨਹੀਂ ਸਕਦੇ। ਉਸ ਮੁੰਡੇ ਦੇ ਨਾਲ ਵੀ ਅਸੀਂ ਜਿੱਦਾਂ ਇਹ ਬੱਚੀ ਸਾਡੀ ਸੀ ਉੱਦਾਂ ਹੀ ਉਹ ਸੀਗਾ ਸਾਡਾ ਗਵਾਂਢੀ। ਸਾਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਵੀ ਉਹ ਇਦਾਂ ਦੀ ਘਟਨਾ ਸਾਡੇ ਨਾਲ ਕਰ ਸਕਦਾ। ਅਸੀਂ ਉਹਨੂੰ ਵੀ ਆਪਣਾ ਬੱਚਾ ਹੀ ਮੰਨਦੇ ਸੀਗੇ, ਪਰ ਜਿਹੜੀ ਕੀਤੀ ਆ ਉਹ ਸਾਡੇ ਬਿਲਕੁਲ ਦਿਮਾਗ 'ਚ ਨਹੀਂ ਸੀ ਵੀ ਇਦਾਂ ਦੀ ਘਟਨਾ ਇਹ ਕਰਕੇ ਬੈਠਾ ਹੋਇਆ, ਤੇ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਹੈਗਾ। ਸਾਡੇ ਨਾਲ ਹੀ ਟੋਲੀ ਜਾ ਰਿਹਾ ਆ। ਉਸ ਟਾਈਮ ਸਾਰੇ ਹੀ ਮਹੱਲੇ ਦੇ ਬੰਦੇ ਬੁੜੀਆਂ ਗਸੀਆਂ ਖਾ ਖਾ ਡਿੱਗ ਗਏ ਜਦੋਂ ਉਸ ਬੰਦੇ ਦਾ ਅਸੀਂ ਨਾਂ ਸੁਣਿਆ ਵੀ ਇਹਦੇ ਅੰਦਰ ਕੁੜੀ ਆ ਸਾਡੀ। ਫਿਰ ਵੀ ਸਾਨੂੰ ਇਹ ਲੱਗਿਆ ਵੀ ਇਹ ਕੁੜੀ ਸਾਡੀ, ਚਲੋ ਉਹਨੇ ਮੂੰਹ ਬੰਨਿਆ ਹੋਊਗਾ, ਬੰਦ ਕਰਕੇ ਰੱਖੀ ਹੋਊਗੀ, ਡਰਾਇਆ ਧਮਕਾ। ਸਾਨੂੰ ਇਹ ਚੀਜ਼ ਨਹੀਂ ਸੀ ਵੀ ਸਾਨੂੰ ਮੁੱਕੀ ਹੋਈ ਕੁੜੀ ਉੱਥੋਂ ਮਿਲੂਗੀ ਤੇ ਉਹਦੇ ਮੂੰਹ 'ਤੇ ਬੋਰੇ ਰੱਖੇ ਹੋਏ ਮਿਲੂਗੇ। ਅਸੀਂ ਜਾਣੀ ਕਿ ਉਸ ਟਾਈਮ ਸਾਨੂੰ ਸਮਝ ਨਹੀਂ ਆ ਰਿਹਾ ਸੀ ਵੀ ਅਸੀਂ ਕੀ ਕਰ ਦਈਏ ਇਹਨੂੰ। ਔਰ ਲੱਗਦਾ ਕਿ ਇਕੱਲੇ ਬੰਦੇ ਦਾ ਕੰਮ ਸੀਗਾ, ਜਿਸ ਤਰ੍ਹਾਂ ਜਿਸ ਦਰਿੰਦਗੀ ਦੇ ਨਾਲ ਲੜਕੀ ਦੀ ਹੱਤਿਆ ਕਰ ਦਿੱਤੀ ਗਈ? ਹਾਂਜੀ ਸਰ, ਜਦੋਂ ਸਾਰਾ ਪ੍ਰਸ਼ਾਸਨ, ਸਾਰਾ ਮਹੱਲਾ, ਅਸੀਂ ਇਹ ਚੀਜ਼ ਸੋਚਦੇ ਹਾਂ ਵੀ ਇਹ ਇਕੱਲੇ ਦਾ ਨਹੀਂ ਹੋ ਸਕਦਾ ਕੰਮ। ਉਹਦੇ 'ਚ ਹੋਰ ਵੀ ਜਿਹੜਾ ਸ਼ਾਮਲ ਹੋਊਗਾ ਉਹਨੂੰ ਪ੍ਰਸ਼ਾਸਨ ਫੜ ਰਿਹਾ ਆ, ਦੇਖ ਰਿਹਾ, ਪਰ ਉਹਦੇ ਬਾਰੇ ਕੋਈ ਗੌਰ ਨਹੀਂ ਕਰ ਰਿਹਾ ਹੈਗਾ। ਹਾਂਜੀ ਹਾਂ। ਤੁਸੀਂ ਵੀ ਮੌਜੂਦ ਸੀਗੇ ਮੌਕੇ 'ਤੇ ਜਦੋਂ ਲੜਕੀ ਦਾ ਲਾਪਤਾ? ਹਾਂਜੀ, ਇੱਥੇ ਹੀ ਸੀਗੇ ਅਸੀਂ ਵੀ। ਸਾਨੂੰ ਪਹਿਲਾਂ ਪਤਾ ਨਹੀਂ ਸੀਗਾ ਕਿ ਇਹਨਾਂ ਨੇ ਗੁਆਂਢੀਆਂ ਸਾਡਿਆਂ ਦੇ ਪੁੱਛਣ ਆਏ ਸੀ ਵੀ ਗੁੱਡੀ ਹੈ ਨਹੀਂ ਗੀ ਇੱਥੇ। ਅਸੀਂ ਕਿਹਾ ਚਲੋ ਆਪਣੇ ਘਰੇ ਹੀ ਸੀ ਅਸੀਂ।
ਬਾਅਦ ਵਿੱਚ ਗੋਪੀ ਨੇ ਆ ਕੇ ਮੈਨੂੰ ਦੱਸਿਆ ਕਿ ਉਹਨਾਂ ਦੀ ਕੁੜੀ ਨਹੀਂ ਲੱਭਦੀ। ਉਸੇ ਵੇਲੇ ਮੈਂ ਬਾਹਰ ਆ ਕੇ ਇਹਨਾਂ ਨੂੰ ਪੁੱਛਿਆ ਵੀ ਕੁੜੀ ਕਿੱਥੇ ਗਈ ਆ, ਕਹਿੰਦੇ ਨਹੀਂ ਲੱਭਦੀ। ਜਿਹਨੇ ਮਾਰਿਆ ਉਹਨੇ ਤੁਹਾਨੂੰ ਆ ਕੇ ਉਹਨੇ ਆ ਕੇ ਸਾਨੂੰ ਦੱਸਿਆ ਕਿ ਕੁੜੀ ਨਹੀਂ ਲੱਭਦੀ। ਇਹ ਨਹੀਂ ਸੀ ਪਤਾ ਕਿ ਇਹ ਮੁੰਡਾ ਇਦਾਂ ਕਰੂਗਾ। ਪਹਿਲਾਂ ਵੀ ਸਾਡੇ ਨਾਲ ਬੁਲਾਉਂਦਾ ਸੀ। 5:30 ਵਜੇ ਸਾਡੇ ਕੋਲ ਡਾਕਟਰ ਦਵਾਈ ਦੇਣ ਆਇਆ। ਸਾਡੇ ਘਰ ਵਾਲਾ ਬਿਮਾਰ ਰਹਿੰਦਾ। ਉਸ ਵੇਲੇ ਗੋਪੀ ਸਾਡੇ ਘਰੋਂ ਦਵਾਈ ਲੈ ਕੇ ਗਿਆ ਆ, ਦਰਦਾਂ ਦੀਆਂ ਗੋਲੀਆਂ ਦਾ ਪੱਤਾ ਲੈ ਕੇ ਗਿਆ ਆ। ਤੇ ਇਹ ਨਹੀਂ ਸੀ ਪਤਾ ਕਿ ਇਹ ਮੁੰਡਾ ਇਦਾਂ ਦੇ ਕੰਮ ਕਰਕੇ, ਜਿਹੜਾ ਬੰਦਾ ਬਾਹਰ ਵੀ ਫਿਰਦਾ ਆ ਤੇ ਉਹਦੇ ਅੰਦਰ ਇਦਾਂ ਬੱਚਾ ਪਿਆ ਹੋਵੇ, ਉਹ ਕਿੱਦਾਂ ਰਹਿ ਸਕਦਾ। ਛੋਟੀ ਤਾਂ ਇੰਨੀ ਹੈ ਨਹੀਂ ਸੀ ਬੱਚੀ ਕਿ ਜਿਹੜੀ ਰੌਲਾ ਨਹੀਂ ਪਾ ਸਕਦੀ ਸੀ। ਉਹ ਰੌਲਾ ਪਾਉਣ ਯੋਗ ਸੀਗੀ। ਰੌਲਾ ਪਾਉਂਦੀ ਤੇ ਪਤਾ ਲੱਗਣਾ ਸੀ। ਇੱਕ ਜਣਾ ਉਹਦੇ ਕੋਲ ਜ਼ਰੂਰ ਅੰਦਰ ਹੋਣਗੇ ਹੋਰ ਵੀ। ਇਹ ਨਹੀਂ ਹੋ ਸਕਦਾ ਕਿ ਇਕੱਲਾ ਬੰਦਾ ਨਹੀਂ ਇਹ ਕੰਮ ਕਰ ਸਕਦਾ। ਉਸ ਵੇਲੇ ਇਕੱਲਾ ਬਾਹਰ ਫਿਰਦਾ ਰਿਹਾ ਆ ਤੇ ਅੰਦਰ ਬੱਚਾ ਕਿੱਦਾਂ ਰਹਿ ਸਕਦਾ ਹੈ। ਦੇਖ ਸਕਦਾ ਨਾ, ਬੱਚਾ ਬਾਹਰ ਨੂੰ ਨੱਠਦਾ ਆ, ਰੌਲਾ ਪਾਉਂਦਾ ਆ, ਉਹਨੂੰ ਕੋਈ ਤਾਂ ਦੇਖਦਾ ਹੀ ਆ ਵੀ ਆਵਾਜ਼ ਆਉਂਦੀ ਆ, ਕਿੱਥੇ ਬੱਚਾ ਰੋ ਰਿਹਾ। ਅਸੀਂ ਵੀ ਨਾਲ, ਸਾਡਾ ਘਰ ਆ, ਜੇ ਉਹ ਰੌਲਾ ਪਾਉਂਦੀ ਤਾਂ ਅਸੀਂ ਦੇਖਦੇ ਵੀ ਹਾਂ ਵੀ ਇਹਨਾਂ ਦੇ ਘਰ ਬੱਚਾ ਹੈ ਨਹੀਂਗਾ ਤੇ ਇਹ ਰੌਲਾ ਕਿੱਥੋਂ ਆਉਂਦਾ ਆ। ਪਰਿਵਾਰ ਕਹਿ ਰਿਹਾ, ਕਹਿੰਦੇ ਇਨਸਾਫ ਨਹੀਂ ਦਿੱਤਾ ਜਾ ਰਿਹਾ, ਦਲਿਤ ਪਰਿਵਾਰ ਹੈ ਔਰ ਗਰੀਬ ਪਰਿਵਾਰ ਹੈ, ਲੱਗਦਾ ਕਿ ਸੁਣੀ ਨਹੀਂ ਜਾ ਰਹੀ ਹਜੇ ਵੀ ਇਹਨਾਂ ਦੀ। ਇਹ ਤਾਂ ਹੁਣ ਸਾਰਿਆਂ ਨੂੰ ਦਿਸਦਾ ਕਿ ਜਿੰਨਾ ਚਿਰ ਉਹ ਮੁੰਡੇ ਨੂੰ ਨਾਲ ਜਿਹੜਾ ਆ ਨੱਠਾ ਆ ਉਸ ਵੇਲੇ, ਉਹਦੇ ਤੇ ਨਹੀਂ ਕਾਰਵਾਈ ਕਰਦੇ, ਉਹਨੂੰ ਨਹੀਂ ਕੁਛ ਵੀ ਕਹਿ ਰਹੇ ਹੈਗੇ। ਉਹਨੂੰ ਉਸ ਵੇਲੇ ਫੜ ਲਿਆ। ਸਾਰਿਆਂ ਨੇ ਕਿਹਾ ਵੀ ਸੰਸਕਾਰ ਕਰਤਾ ਉਹਨਾਂ ਦੇ ਕਹਿਣ ਤੇ। ਮੁੰਡਾ ਉਸ ਵੇਲੇ ਉਹਨੇ ਫੜਿਆ ਸੀ, ਬਾਅਦ 'ਚ ਉਹਨੇ ਛੱਡ ਦਿੱਤਾ। ਮੁੜ ਕੇ ਉਹਨੂੰ ਕੋਈ ਕਾਰਵਾਈ ਨਹੀਂ ਉੱਤੇ ਹੋ ਰਹੀ। ਹੋਣੀ ਚਾਹੀਦੀ ਆ ਉਹਨਾਂ ਤੇ ਵੀ ਕਾਰਵਾਈ। ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਕੌਣ ਕੌਣ ਸੀਗੇ ਅੰਦਰ, ਜਾਂ 2 ਸੀ ਜਾਂ 4 ਸੀ। ਇਹ ਤਾਂ ਹੁਣ ਉਹੀ ਦੱਸ ਸਕਦੇ ਆ। ਸਿਲਵੀਆਂ ਦੇ ਮੁਜਰਮਾਂ ਨੂੰ ਫਾਂਸੀ ਦਿਓ। ਜੀ ਹਾਂ, ਇਹ ਦੋਸ਼ੀ ਦਾ ਘਰ ਹੈ, ਮੁਜਰਮ ਦਾ ਘਰ ਹੈ, ਜਿਸ ਦੇ ਘਰ ਦੇ ਬਾਹਰ ਪਿੰਡ ਵਾਲਿਆਂ ਦੇ ਵੱਲੋਂ ਇਹ ਪੋਸਟਰ ਲਗਾਇਆ ਗਿਆ ਹੈ ਕਿ ਜਿਸ ਸ਼ਖਸ ਦੇ ਵੱਲੋਂ ਨਾਲ ਦਾ ਗਵਾਂਢੀ ਸੀਗਾ 12.5 ਸਾਲ ਦੀ ਸਿਲਵੀਆ ਨੂੰ ਆਪਣੇ ਨਾਲ ਅੰਦਰ ਲੈ ਕੇ ਗਿਆ ਔਰ ਬੇਰਹਿਮੀ ਦੇ ਨਾਲ ਉਸ ਦਾ ਥੋੜੇ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹੀ ਉਹ ਘਰ ਹੈ। ਘਰ ਹਾਲਾਂਕਿ ਬੰਦ ਕੀਤਾ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ, ਪਰ ਉਹਨਾਂ ਨੂੰ ਰਿਕੁਐਸਟ ਕਰਨ ਤੋਂ ਬਾਅਦ ਇਹ ਜਿਹੜਾ ਘਰ ਹੈ ਅਸੀਂ ਖੁਲਵਾਇਆ ਹੈ। ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਕੋਸ਼ਿਸ਼ ਕਰ ਰਹੇ ਹਾਂ, ਜਿੱਥੇ ਸਿਲਵੀਆ ਨੂੰ ਲੈ ਕੇ ਆਇਆ ਗਿਆ ਸੀਗਾ ਔਰ ਬੜੀ ਹੀ ਬੇਰਹਿਮੀ ਦੇ ਨਾਲ ਜਦੋਂ ਅੰਦਰ ਅਸੀਂ ਵੜੇ ਹਾਂ ਤਾਂ ਹਾਲਾਂਕਿ ਸਵੇਰਾ ਹੈ, ਕੱਲੇ ਅਸੀਂ ਅੰਦਰ ਆਉਣ ਨੂੰ ਡਰ ਰਹੇ ਸੀ ਕਿਉਂਕਿ ਜਿਹੜਾ ਘਰ ਹੈ ਬਿਲਕੁਲ ਬੰਦ ਪਿਆ ਹੋਇਆ ਹੈ, ਉਜਾੜ ਪਿਆ ਹੋਇਆ ਹੈ। ਇਹ ਕੁਝ ਹਾਲਾਤ ਇਸ ਤਰ੍ਹਾਂ ਦੇ ਨੇ ਇਸ ਘਰ ਦੇ। ਇੱਥੇ ਜਿਹੜਾ ਹੈ ਸਿਲਵੀਆ ਨੂੰ ਲਿਜਾਇਆ ਗਿਆ, ਲੈ ਕੇ ਆਇਆ ਗਿਆ ਔਰ ਇਸ ਕਮਰੇ ਦੇ ਵਿੱਚ, ਭਾਜੀ ਇਹੀ ਕਮਰਾ ਸੀਗਾ ਜਿੱਥੇ, ਅੱਛਾ ਇਹ ਇਸ ਕਮਰੇ ਦੇ ਵਿੱਚ, ਹਾਂਜੀ ਇਸੇ ਖੁੰਝੇ ਤੇ ਪਈ ਹੋਈ ਸੀ। ਉੱਪਰ ਮੂੰਹ ਤੇ ਉੱਪਰ ਬੋਰਾ ਰੱਖਿਆ ਹੋਇਆ ਸੀਗਾ ਜੀ। ਇੱਕ ਵਾਰੀ ਅੰਦਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਇਹ ਕਮਰਾ ਹੈ ਔਰ ਇੱਥੇ ਸੀਮੈਂਟ ਦੀਆਂ ਬੋਰੀਆਂ ਨੇ। ਭਾਜੀ ਇੱਥੇ ਲਾਸ਼ ਮਿਲੀ ਸੀ ਬੱਚੀ ਦੀ? ਇੱਥੇ ਆਪਣੇ ਸਾਰਾ ਆਪਣੇ ਗੁੱਡੀ ਦਾ ਸਿਰ ਸੀਗਾ ਤੇ ਇਧਰ ਨੂੰ ਲੱਤਾਂ ਸੀਗੀਆਂ, ਰੇਤੇ ਦਾ ਭਰਿਆ, ਉਹਦੇ ਮੂੰਹ ਤੇ ਆਪਣੇ ਬੋਰਾ ਰੱਖਿਆ ਹੋਇਆ ਸੀਗਾ ਤੇ ਥੋੜਾ ਕੋਲ ਪਿਆ ਸੀਗਾ, ਥੋੜੇ ਮਾਰੇ ਹੋਏ ਸੀ ਆਹ ਜਗ੍ਹਾ ਤੇ, ਸਿਰ ਤੇ, ਮੱਥੇ ਤੇ। ਮੱਥੇ ਦੀ ਹੱਡੀ ਵੀ ਤੋੜ ਦਿੱਤੀ, ਗੁੱਟ ਵੀ ਤੋੜੇ ਹੋ ਸੀਗੇ ਤੇ ਉਹਨਾਂ ਦੇ ਆਪਣੇ ਮੂੰਹ 'ਚ ਡਰੈਂਕ ਔਰ ਕੰਕਰੀਟ ਤੇ ਰੇਤਾ, ਅੱਖਾਂ 'ਚ ਵੀ ਰੇਤਾ, ਮੂੰਹ 'ਚ ਵੀ ਰੇਤਾ, ਸਾਰਾ ਕੁਝ ਕੀਤਾ ਸੀਗਾ ਜੀ। ਔਰ ਬੜਾ ਹੀ ਬੇਰਹਿਮੀ ਦੇ ਨਾਲ ਸਿਲਵੀ ਦੀ ਜਿਹੜਾ ਹੈ ਇਹ ਕਤਲ ਕਰ ਦਿੱਤਾ ਗਿਆ ਔਰ ਪਰਿਵਾਰ ਜਿਹੜਾ ਹੈ ਦਲਿਤ ਪਰਿਵਾਰ ਹੈ ਅੱਜ ਇਨਸਾਫ ਦੀ ਜਿਹੜਾ ਹੈ ਗੁਹਾਰ ਲਗਾ ਰਿਹਾ ਹੈ। ਗੁਰਪ੍ਰੀਤ ਗੋਪੀ ਦੀ ਗੱਲ ਕਰੀਏ ਤਾਂ ਭਾਜੀ ਇਕੱਲਾ ਰਹਿੰਦਾ ਸੀ ਇਸ ਘਰ 'ਚ? ਹਾਂਜੀ, ਇਸ ਟਾਈਮ 1 ਸਾਲ ਤੋਂ ਇਕੱਲਾ ਰਹਿ ਰਿਹਾ ਸੀ। ਅੱਛਾ, ਕੰਮ ਧੰਦਾ ਕੀ ਕਰਦਾ ਸੀ? ਕੰਮ ਹੈਲਪਰੀ ਦਾ ਕਰਦਾ ਸੀਗਾ। ਉੱਥੋਂ ਆਪਣੀ ਛੁੱਟੀ ਕਰਕੇ ਆਇਆ, ਆਪਣੇ ਜਿੱਥੇ ਕੰਮ ਕਰਦਾ ਸੀਗਾ। ਕਹਿੰਦਾ ਮੈਂ ਤੇ ਮੇਰੇ ਚਾਚੇ ਦੇ ਮੁੰਡੇ ਨੂੰ ਤਕਾਲਾ ਨੂੰ ਵਿਆਹ ਜਾਣਾ ਆ, ਵੀ ਅਸੀਂ ਗੱਡੀ ਲੱਭਣੀ ਆ ਜਾ ਕੇ। ਉੱਥੋਂ ਇਹ ਝੂਠ ਬੋਲ ਕੇ ਆਇਆ, ਮਤਲਬ ਵਿਆਹ ਜਾਣਾ ਆ। ਇੱਥੇ ਆਣ ਕੇ ਕਹਿੰਦਾ ਜੇ ਉੱਥੇ ਰੇਤਾ ਬਜਰੀ ਸੀਮੈਂਟ ਮੁੱਕ ਗਿਆ ਤੇ ਅਸੀਂ ਤਾਂ ਛੁੱਟੀ ਕਰਕੇ ਆਏ, ਪਰ ਗੱਡੀ ਲੱਭ ਰਹੇ ਸੀ। ਗੱਡੀ ਇਸ ਹਿਸਾਬ ਨਾਲ ਲੱਭ ਰਹੇ ਸੀ ਵੀ ਡਰਾਈਵਰ ਨਹੀਂ ਸਾਨੂੰ ਚਾਹੀਦਾ ਤੇ ਅਸੀਂ ਆਪ ਹੀ ਗੱਡੀ ਲੈ ਕੇ ਜਾਣੀ ਆ। ਤੇ ਗੋਪੀ ਨੂੰ ਆਪਣੀ ਗੱਡੀ ਆਉਂਦੀ ਨਹੀਂ ਸੀ, ਇਹਦੇ ਚਾਚੇ ਦੇ ਮੁੰਡੇ ਸੋਨੂੰ ਨੂੰ ਆਉਂਦੀ ਸੀਗੀ, ਉਹਨੇ ਗੱਡੀ ਲੈ ਕੇ ਜਾਣੀ ਸੀ। ਇਹਨਾਂ ਨੇ ਸੋਚੀ ਸਮਝੀ ਪਲੇਨ ਦੇ ਆਧਾਰ ਤੇ ਜਾਣ ਕੇ ਗੈਂਗ ਰੇਪ ਕੀਤਾ ਗਿਆ ਜੀ ਇਹਨਾਂ ਦਾ। ਅੱਛਾ, ਤੁਹਾਡਾ ਖਦਸ਼ਾ ਹੈ ਕਿ ਗੈਂਗ ਰੇਪ? ਪੁਲਿਸ ਨੇ ਕਿਹਾ ਕੁਛ ਇਦਾਂ? ਨਹੀਂ, ਪੁਲਿਸ ਨਹੀਂ ਆਪਣੇ ਮੰਨ ਰਹੀ ਕੁਛ ਵੀ। ਆਪਣੇ ਉਹ ਤਾਂ ਕਹਿੰਦੇ ਵੀ ਮਤਲਬ ਮੁੰਡੇ ਦਾ ਦਿਮਾਗ ਫਿਰ ਗਿਆ ਤਾਂ ਆਪਣੇ ਕੁੜੀ ਮਾਰ ਦਿੱਤੀ। ਨਸ਼ੇ ਕਰਨ ਦਾ ਆਦੀ ਸੀ ਇਹ ਗੁਰਪ੍ਰੀਤ? ਨਹੀਂ, ਇਹ ਸਾਨੂੰ ਨਹੀਂ ਪਤਾ ਜੀ। ਹਾਂਜੀ, ਇਹ ਘਰ ਹੈ ਉਸ ਗੁਰਪ੍ਰੀਤ ਦਾ, ਪਰ ਹਾਲਾਂਕਿ ਇਹ ਹੈ ਕਿ ਪੰਜਾਬ ਨੂੰ ਗੁਰੂਆਂ ਪੀਰਾਂ ਪੀਰ ਫਕੰਬਰਾਂ ਦੀ ਧਰਤੀ ਕਿਹਾ ਜਾਂਦਾ ਹੈ, ਜਿੱਥੇ ਬਹੁਤ ਸਾਰੇ ਸਾਡੇ ਜਿਹੜੇ ਵੀਰ ਨੇ ਇਹ ਕਹਿੰਦੇ ਨੇ ਕਿ ਇਸ ਧਰਤੀ ਦੇ ਉੱਪਰ ਪਾਪ ਨਹੀਂ ਹੋ ਸਕਦਾ, ਪਰ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਜਦੋਂ ਪੰਜਾਬ ਤੋਂ ਵਾਪਰਦੀਆਂ ਨੇ ਤਾਂ ਵਾਕਿਆ ਅਸੀਂ ਸਾਰੇ ਲੋਕ
ਕਹਿਣ ਲਈ ਮਜਬੂਰ ਹੋ ਜਾਂਦੇ ਆ ਕਿ ਕਲਯੁੱਗ ਦੀ ਘੜੀ ਹੈ, ਕਲਯੁੱਗ ਸਾਡੇ ਜਿਹੜਾ ਹੈ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਆ ਵੜਿਆ ਹੈ। ਹੁਣ ਅੱਜ ਇਹ ਦਲਿਤ ਪਰਿਵਾਰ ਜਦੋਂ ਜਿਹੜੀ ਬੱਚੀ ਸੀਗੀ ਸਿਲਵੀਆ 12.5 ਸਾਲ ਦੀ, ਜਦੋਂ ਦੁਨੀਆ ਤੋਂ ਰੁਖਸਤ ਹੋ ਚੁੱਕੀ ਹੈ ਤੇ 1.5 ਮਹੀਨੇ ਤੋਂ ਬਾਅਦ ਵੀ ਜਿਹੜਾ ਹੈ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ। ਪਰਿਵਾਰ ਦੇ ਵੱਲੋਂ ਖਦਸ਼ਾ ਇਹ ਜ਼ਾਹਿਰ ਕੀਤਾ ਗਿਆ ਹੈ ਕਿ ਗੈਂਗ ਰੇਪ ਕੀਤਾ ਗਿਆ ਹੈ ਔਰ ਇੱਕ ਬੰਦੇ ਦਾ ਇਹ ਕੰਮ ਨਹੀਂ ਸੀਗਾ। ਜਿਸ ਤਰ੍ਹਾਂ ਉਸ ਨੂੰ ਮਾਰਿਆ ਗਿਆ ਥੋੜੇ ਦੇ ਨਾਲ, ਉਸਦੇ ਮੂੰਹ ਦੇ ਵਿੱਚ ਸੀਮੈਂਟ ਦਿੱਤਾ ਗਿਆ, ਕੋਈ ਇੱਕ ਵਿਅਕਤੀ ਦਾ ਨਾਮ ਨਹੀਂ ਹੈ, ਜਦ ਕਿ ਪੁਲਿਸ ਇਹ ਕਹਿ ਰਹੀ ਹੈ, ਪ੍ਰਸ਼ਾਸਨ ਇਹ ਕਹਿ ਰਿਹਾ ਹੈ ਕਿ ਇੱਕ ਵਿਅਕਤੀ ਦਾ ਹੀ ਕੰਮ ਹੈ। ਉਹ ਜਿਹੜਾ ਵਿਅਕਤੀ ਹੈ ਉਹ ਆਪਣਾ ਜੁਰਮ ਜਿਹੜਾ ਹੈ ਕਬੂਲ ਕਰ ਰਿਹਾ ਹੈ। ਪਰ ਪਰਿਵਾਰ ਦੇ ਜਿਹੜੇ ਖਦਸ਼ੇ ਨੇ ਉਹ ਵੱਡੇ ਨੇ, ਕਹਿ ਰਹੇ ਨੇ ਕਿ ਤਫਤੀਸ਼ ਹੋਣੀ ਚਾਹੀਦੀ ਹੈ। ਤਫਤੀਸ਼ ਦੌਰਾਨ ਜਿਹੜਾ ਹੈ ਜੋ ਵੀ ਵਿਅਕਤੀ ਇਹਦੇ ਵਿੱਚ ਸ਼ਾਮਲ ਹੈ ਉਸ ਨੂੰ ਜਿਹੜਾ ਹੈ ਸਜ਼ਾ ਮਿਲਣੀ ਚਾਹੀਦੀ ਹੈ। ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ, ਪਿੰਡ ਦੇ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਹੈ। ਹਾਲਾਂਕਿ ਪਿੰਡ ਵਾਸੀ ਜਿਹੜੇ ਨੇ ਉਹਨਾਂ ਦੇ ਵੱਲੋਂ, ਉਹਨਾਂ ਦੇ ਵਿੱਚ ਵੀ ਰੋਸ ਹੈ। ਵੱਖ-ਵੱਖ ਜਗ੍ਹਾਵਾਂ ਤੇ ਪਿੰਡ ਦੇ ਵਿੱਚ ਪੋਸਟਰ ਲਗਾਏ ਗਏ ਨੇ ਕਿ ਮੁਲਜ਼ਮਾਂ ਨੂੰ ਜਿਹੜਾ ਹੈ ਫਾਂਸੀ ਦਿੱਤੀ ਜਾਵੇ, ਪਰ ਫਿਰ ਵੀ ਹਜੇ ਵੀ ਕਿਤੇ ਨਾ ਕਿਤੇ ਪੀੜਿਤ ਪਰਿਵਾਰ ਨੂੰ ਜਿਹੜਾ ਇਨਸਾਫ ਨਹੀਂ ਮਿਲ ਰਿਹਾ। ਇਸੇ ਕਰਕੇ ਅਸੀਂ ਤੁਹਾਡੇ ਅੱਗੇ ਵੀ ਅਪੀਲ ਇਹੀ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੀਆਂ ਤਸਵੀਰਾਂ ਨੇ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਪ੍ਰਸ਼ਾਸਨ ਤੱਕ ਇਹ ਆਵਾਜ਼ ਪਹੁੰਚ ਸਕੇ ਔਰ ਇਸ ਪੀੜਿਤ ਪਰਿਵਾਰ ਨੂੰ ਜਿਹੜਾ ਹੈ ਇਨਸਾਫ ਮਿਲ ਸਕੇ। ਕੈਮਰਾ ਪਰਸਨ ਪਵਨ ਦੇ ਨਾਲ ਮੈਂ ਅਮਨ ਚੰਦ, ਦੈਨਿਕ ਸਵੇਰਾ ਟੀਵੀ, रुड़की। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। पंडित राधे शर्मा, चमत्कार हुंदे वेखो अपनी अखां दे सामने। 24 घंटे विच पाओ हर परेशानी दा हल। मुसलमानी, रूहानी ते काले इलम दे बादशाह, मेरे कीते नूं मेरे तो इलावा कोई कट नहीं सकदा। मोड़ी वशीकरण करवाओ, मनचाहा प्यार पाओ, लव मैरिज, सौतन दुश्मन तो छुटकारा, तलाक केस, जमीनी झगड़ा, नौकरी, कारोबार च रुकावट, विदेश यात्रा, लॉटरी तो तुहानूं मिलेगा जां नहीं, सच्चाई जानो। लॉटरी नंबर पाओ 649 होवे जां लोटो मैक्स, तुहाडी हर गल 100% गुप्त रखी जावेगी। प्यार विच धोखा खाए प्रेमी प्रेमिका एक बार जरूर मिलो, मैं तुहाडा प्यार टुटन नहीं देवांगा। मोबाइल 98 768 045 80 85 588 38 617।